5 ਤਰੀਕ ਨੂੰ ਇਸ ਸਥਾਨ ਤੋਂ ਨਗਰ ਕੀਰਤਨ ਜੋ ਹਰ ਸਾਲ ਦੀ ਤਰ੍ਹਾਂ ਸਜਾਇਆ ਜਾਏਗਾ। ਜੇ ਕਿਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੀ ਸ਼ਹਾਦਤ ਨਾ ਦਿੰਦੇ ਤਾਂ ਅੱਜ ਇਹ ਦੇਸ਼ ਦੀ ਕਹਾਣੀ ਕੁਝ ਹੋਰ ਹੁੰਦੀ। ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪੀਟਲ ਜੋ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲਦਾ ਹੈ, ਸਾਰੀ ਹੀ ਮੈਨੇਜਮੈਂਟ ਔਰ ਇੱਥੋਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚੱਲਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਰਭਉ ਅਕਾਲ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਆ ਰਹੇ ਨੇ, ਉਸ ਸੰਬੰਧ ਦੇ ਵਿੱਚ ਆਪਾਂ ਅੱਜ ਪਹੁੰਚੇ ਹਾਂ ਜਲੰਧਰ ਸ਼ਹਿਰ ਦੇ ਮੇਨ ਗੁਰੂ ਘਰ ਦੂਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ। ਆਓ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਗੁਰੂ ਘਰ ਦੇ, ਤੇ ਪ੍ਰਬੰਧਕਾਂ ਨਾਲ ਵੀ ਆਪਾਂ ਗੱਲ ਕਰਾਂਗੇ। ਤੇਗ ਬਹਾਦਰ ਸਿਮਰਿਆ ਘਰ ਨਾਨਕ ਆਵੇ ਤਾਏ, ਘਰ ਨਾਨਕ ਆਵੇ ਤਾਏ, ਘਰ ਨਾਨਕ ਆਵੇ ਤਾਏ। ਆਓ ਜੀ ਹੁਣ ਆਪਾਂ ਇੱਥੋਂ ਦੇ ਗੁਰਦੁਆਰਾ ਸਾਹਿਬ ਦੇ ਜੋ ਕਥਾਵਾਚਕ ਨੇ ਭਾਈ ਸਰਬਜੀਤ ਸਿੰਘ ਜੀ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਤੇ ਉਸ ਤੋਂ ਬਾਅਦ ਆਪਾਂ ਪ੍ਰਬੰਧਕਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਗੁਰਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਉਹਨਾਂ ਨੇ ਕੀ ਸਮਾਗਮ ਉਲੀਕੇ ਨੇ ਜੀ। ਆਓ ਗੱਲਬਾਤ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਆ ਰਹੇ ਨੇ, ਉਸ ਸੰਬੰਧ ਦੇ ਵਿੱਚ ਆਪ ਜੀ ਦੇ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਨੀ ਆ ਕਿ ਉਹਨਾਂ ਦੀ ਬਾਣੀ, ਉਪਦੇਸ਼ ਤੇ ਸ਼ਹੀਦੀ ਦੇ ਮੁੱਖ ਕਾਰਨ ਕੀ ਸੀ ਸਤਿਗੁਰੂ ਜੀ ਦੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਦੇ ਅਸੀਂ ਜੇ ਸ਼ਹੀਦੀ ਦਾ ਕਾਰਨ ਲੱਭਣਾ ਹੋਵੇ ਤਾਂ ਦਸਮ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵਿੱਚੋਂ ਹੀ ਸਾਨੂੰ ਉਹ ਬਚਨ ਮਿਲਦੇ ਆ ਕਿ ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮੈਂ ਸਾਕਾ। ਤੇ ਫਿਰ ਮਹਾਰਾਜ ਜਿੱਥੇ ਤਿਲਕ ਜੰਜੂ ਦੀ ਗੱਲ ਕਰਦੇ, ਫਿਰ ਇਸ ਸਮੁੱਚੇ ਰੂਪ ਵਿੱਚ ਕਹਿੰਦੇ ਆ ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਮਜ਼ਲੂਮ ਦੀ ਰੱਖਿਆ, ਕਿਉਂਕਿ ਉਸ ਵਕਤ ਮਜ਼ਲੂਮ ਹਿੰਦੂ ਧਰਮ ਸੀ, ਕਸ਼ਮੀਰੀ ਪੰਡਤ ਸਨ ਜਿਨ੍ਹਾਂ ਉੱਤੇ ਜ਼ਾਲਮ ਜਿਹੜਾ ਹੈ ਉਹ ਮੁਗਲ ਲੋਕ ਕਰ ਰਹੇ ਸਨ, ਕਿਉਂਕਿ ਬਾਬਰ ਜਿਹੜਾ ਉਹ ਮੁਗਲ ਸੀ, ਉਹਦੇ ਤੋਂ ਚੱਲ ਕੇ ਔਰੰਗਜ਼ੇਬ, ਬਹਾਦਰ ਸ਼ਾਹ ਤੱਕ ਇਹ ਸਾਰੇ ਮੁਗਲਾਂ ਦਾ ਰਾਜ ਰਿਹਾ, ਤੋਂ ਜ਼ੁਲਮ ਕਰ ਰਹੇ ਸਨ। ਤਾਂ ਉਹਨਾਂ ਨੇ ਸਭ ਥਾਵਾਂ ਦੇ ਉੱਤੇ ਜਾ ਕੇ ਆਪਣਾ ਨੱਕ ਗੋਡਾ ਰਗੜਿਆ, ਪਰ ਕਿਸੇ ਥਾਂ ਤੋਂ ਵੀ ਉਹਨਾਂ ਨੂੰ ਢਾਰਸ ਨਹੀਂ ਮਿਲੀ। ਜਿੱਦਣ ਉਹ ਗੁਰੂ ਨਾਨਕ ਦੇ ਘਰ ਵਿੱਚ ਆਏ ਆ, ਗੁਰੂ ਤੇਗ ਬਹਾਦਰ ਸਾਹਿਬ ਦੇ ਦਰ 'ਤੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚੇ ਆ, ਔਰ ਗੁਰੂ ਦਾ ਬਿਰਧ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਬਿਰਧ ਸੁਆਮੀ ਸੰਦਾ। ਔਰ ਇਹ ਬਚਨ ਪੱਕਾ ਆ ਵੀ ਗੁਰੂ ਦੇ ਘਰ ਵਿੱਚੋਂ ਸਭ ਕੁਝ ਮਿਲਦਾ, ਜੇ ਨਹੀਂ ਮਿਲਦਾ ਤਾਂ ਕੇਵਲ ਇੱਕ ਜਵਾਬ ਨਹੀਂ ਮਿਲਦਾ। ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਦੀ ਫਰਿਆਦ ਸੁਣੀ ਹੈ, ਔਰ ਉਹਨਾਂ ਦੇ ਧਰਮ ਦੀ ਰੱਖਿਆ ਕਰਨ ਵਾਸਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜੇ ਉਹਨਾਂ ਦੀ ਬਾਂਹ ਪਕੜੀ ਹੈ, ਸੀਸ ਦੇ ਦਿੱਤਾ ਪਰ ਬਾਂਹ ਨਹੀਂ ਛੱਡੀ। ਆਪਾਂ ਭੱਟ ਚਾਂਦ ਜੀ ਦੇ ਬਚਨ ਪੜ੍ਹਦੇ ਹਾਂ ਕਿ ਬਾहें ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ, ਬਾहें ਨਾ ਛੋੜੀਐ। ਗੁਰੂ ਤੇਗ ਬਹਾਦਰ ਬੋਲਿਆ ਧਰ ਪਈਐ, ਧਰਮ ਨਾ ਛੋੜੀਐ। ਔਰ ਸਤਿਗੁਰੂ ਮਹਾਰਾਜ ਜੀ ਦੇ ਜੋ ਗੁਰਬਾਣੀ ਆਪਾਂ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਜੀ ਦੇ 59 ਸ਼ਬਦ ਔਰ 57 ਸਲੋਕ ਸਤਿਗੁਰਾਂ ਦੇ ਉਹਨਾਂ ਬਚਨਾਂ ਦੇ ਦਰਸ਼ਨ ਕਰਦੇ ਹਾਂ, ਜਿੱਥੇ ਸਤਿਗੁਰਾਂ ਨੇ ਸੰਸਾਰ ਦੀ ਨਾਸ਼ਮਾਨਤਾ ਔਰ ਸਰੀਰ ਦੀ ਨਾਸ਼ਮਾਨਤਾ, ਉਹਦੇ ਨਾਲ ਨਾਲ ਉਹ ਪਰਮੇਸ਼ਰ ਅਕਾਲ ਪੁਰਖ ਜਿਹੜਾ ਸਦਾ ਰਹਿਣ ਵਾਲਾ ਹੈ, ਮਹਾਰਾਜ ਕਹਿੰਦੇ ਉਹਦੇ ਚਰਨਾਂ ਨਾਲ ਜੁੜ, ਬਾਕੀ ਸਭ ਕੁਝ ਜਿਹੜਾ ਉਹ ਛੱਡ ਜਾਣ ਵਾਲਾ ਵਿਪਤ ਪਰੀ ਤੋਂ। ਮਹਾਰਾਜ ਕਹਿੰਦੇ ਵਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰ। ਫਿਰ ਮਹਾਰਾਜ ਸ਼ਲੋਕ ਵਿੱਚ ਕਹਿੰਦੇ ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ, ਕਹੋ ਨਾਨਕੇ ਵਿਪਤ ਮੈਂ ਟੇਕ ਏਕ ਰਘੁਨਾਥ। ਸਮੁੱਚੇ ਰੂਪ ਵਿੱਚ ਕਹਿਣਾ ਹੋਵੇ ਤਾਂ ਇਸ ਦੇਸ਼ ਦੇ ਅਸਲ ਵਿੱਚ ਰਾਸ਼ਟਰ ਪਿਤਾ ਜਿਹੜੇ ਨੇ ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ। ਜੇ ਕਿਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੀ ਸ਼ਹਾਦਤ ਨਾ ਦਿੰਦੇ ਤਾਂ ਅੱਜ ਇਹ ਦੇਸ਼ ਦੀ ਕਹਾਣੀ ਕੁਝ ਹੋਰ ਹੁੰਦੀ। ਤੇ ਸਾਨੂੰ ਇਸ ਚੀਜ਼ ਨੂੰ ਸਮਝਣਾ ਚਾਹੀਦਾ, ਗੁਰੂ ਕਾ ਇਤਿਹਾਸ ਜਿਹੜਾ ਹੈ ਉਹ ਥਾਂ ਥਾਂ ਤੱਕ ਪਹੁੰਚੇ। ਔਰ ਮੈਂ ਇਸ ਚੈਨਲ ਦੇ ਮਾਧਿਅਮ ਰਾਹੀਂ ਜੋ ਇਹ ਆਪ ਵੀਰ ਉਪਰਾਲਾ ਕਰ ਰਹੇ ਨੇ, ਇਹਨਾਂ ਨੂੰ ਵਧਾਈ ਦੇਣਾ ਕਿ ਗੁਰੂ ਕਾ ਇਤਿਹਾਸ, ਸਤਿਗੁਰਾਂ ਦੀ ਵਡਿਆਈ ਜਿਹੜੀ ਉਹ ਸੰਗਤ ਤੱਕ ਪਹੁੰਚ ਸਕੇ ਔਰ ਸੰਗਤ ਇਹਨੂੰ ਸੁਣ ਕੇ ਲਾਹੇ ਪ੍ਰਾਪਤ ਕਰ ਸਕੇ ਜੀ। ਆਉਣ ਵਾਲੇ ਦਿਨਾਂ 'ਚ ਮਹਾਰਾਜ ਜੀ ਦਾ 8 ਤਾਰੀਖ ਨੂੰ ਇਸ ਪਾਵਨ ਸਥਾਨ ਤੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੁੱਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਵਿਖੇ ਜੋ ਸ਼ਹੀਦੀ ਦਿਹਾੜਾ ਹੈ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ, ਜਿਹਦੇ ਵਿੱਚ ਸੰਗਤਾਂ ਨਤਮਸਤਕ ਹੋ ਕੇ ਲਾਹੇ ਪ੍ਰਾਪਤ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੱਲਬਾਤ ਕਰਦੇ ਹਾਂ ਇੱਥੋਂ ਦੇ ਮੁੱਖ ਸੇਵਾਦਾਰ ਪ੍ਰਧਾਨ ਜੀ ਸਰਦਾਰ ਜਗਜੀਤ ਸਿੰਘ ਜੀ ਗਾਬਾ ਜੀ ਦੇ ਨਾਲ
ਕਿ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਆ ਰਹੇ ਨੇ, ਉਹਨਾਂ ਪੁਰਬਾਂ ਨੂੰ ਮੁੱਖ ਰੱਖਦਿਆਂ ਹੋਇਆਂ ਇਹਨਾਂ ਦੇ ਵੱਲੋਂ ਆਪਣੇ ਗੁਰੂ ਘਰ ਵਿਖੇ ਜਿਹੜੇ ਕੀ ਸਮਾਗਮ ਉਹ ਉਲੀਕੇ ਗਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਦੱਸਣਾ ਕਰੋ ਕਿ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਮਨਾਏ ਜਾ ਰਹੇ ਨੇ, ਉਸ ਸੰਬੰਧ ਦੇ ਵਿੱਚ ਆਪ ਜੀ ਆਪਣੇ ਗੁਰੂ ਘਰ ਵੱਲੋਂ ਕੀ ਜਿਹੜੇ ਪ੍ਰੋਗਰਾਮ ਨੇ ਇਹ ਗੁਰਦੁਆਰਾ ਸਾਹਿਬ ਵਿਖੇ ਆਪ ਜੀ ਕਰ ਰਹੇ ਹੋ? ਤੇਗ ਬਹਾਦਰ ਸਿਮਰਿਆ ਕਰ ਨੌ ਨਿਧਾਵੇ ਧਾਏ ਸਭ ਤੈਂ ਹੋਇ ਸਹਾਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹਰ ਸਾਲ ਦੀ ਤਰ੍ਹਾਂ ਇਸ ਸਥਾਨ 'ਤੇ ਸ਼ਹੀਦੀ ਦਿਹਾੜਾ ਜਿਹੜਾ ਉਹ ਬੜੇ ਵੱਡੇ ਪੱਧਰ 'ਤੇ ਔਰ ਸ਼ਹਿਰ ਦੀਆਂ ਸਾਰੀਆਂ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਔਰ ਇਸ਼ਤਰੀ ਸਤਸੰਗ ਸਭਾਵਾਂ ਮਿਲ ਕੇ ਮਨਾਉਂਦੀਆਂ ਹਨ। ਇਸ ਵਾਰ ਵੀ ਇਹ ਸਮਾਗਮ ਜਿਹੜੇ ਨੇ 1 ਦਸੰਬਰ ਤੋਂ ਲੈ ਕੇ 8 ਦਸੰਬਰ ਤੱਕ ਨਿਰੰਤਰ ਚੱਲਣਗੇ। 1 ਦਸੰਬਰ ਨੂੰ ਇਸ ਸਥਾਨ 'ਤੇ ਇਸ਼ਤਰੀ ਸਤਸੰਗ ਸਭਾਵਾਂ ਜੋ ਸ਼ਹਿਰ ਦੀਆਂ ਸਾਰੀਆਂ ਕਮੇਟੀਆਂ ਹਨ ਉਹ ਇੱਥੇ ਆ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੁਰੂ ਜਸ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੀਆਂ। ਔਰ 2 ਤਰੀਕ ਨੂੰ ਇਸ ਸਥਾਨ 'ਤੇ ਸ਼ਾਮ ਨੂੰ ਸਾਰਾ ਦਿਨ ਜੋ ਰੂਟੀਨ ਚੱਲਦੇ ਹਨ ਉਸ ਦਾ ਚੱਲਣਗੇ। 2 ਤਰੀਕ ਸ਼ਾਮ ਨੂੰ ਭਾਈ ਪਿੰਦਰਪਾਲ ਸਿੰਘ ਜੀ ਜੋ ਆਪ ਸਾਰੇ ਉਹਨਾਂ ਦੇ ਨਾਮ ਤੋਂ ਜਾਣੂ ਹੋ, ਉਹ ਸ਼ਾਮ ਨੂੰ ਕਥਾ ਕਰਨਗੇ। ਭਾਈ ਸੁਰਿੰਦਰ ਸਿੰਘ ਰਮਤਾ ਜੀ ਉਹ ਆਪਣਾ ਜੋ ਵਾਰਾਂ ਗਾਉਂਦੇ ਹਨ ਉਹਨਾਂ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। 3 ਤਰੀਕ ਫਿਰ ਸ਼ਾਮ ਨੂੰ ਬੱਚਿਆਂ ਦੇ ਪ੍ਰੋਗਰਾਮ ਹੋਣਗੇ, ਜਿਨ੍ਹਾਂ ਵਿੱਚ ਬੱਚੇ ਦਸਤਾਰ ਮੁਕਾਬਲੇ, ਕੀਰਤਨ, ਕਥਾ, ਗੁਰਬਾਣੀ ਔਰ ਜੋ ਵੀ ਉਹਨਾਂ ਦੇ ਬੱਚਿਆਂ ਦੇ ਕੋਈ ਲੈਕਚਰ ਨੇ ਕੀਤੇ ਤਿਆਰ, ਉਹ ਸਾਰੇ ਸੰਗਤਾਂ ਨੂੰ ਸੁਣਾਉਣਗੇ। ਉਸ ਤੋਂ ਬਾਅਦ 7:30 ਤੋਂ ਲੈ ਕੇ ਫਿਰ 10 ਵਜੇ ਤੱਕ ਇਸ ਸਥਾਨ 'ਤੇ ਢਾਡੀ ਦਰਬਾਰ ਹੋਏਗਾ, ਜਿਹਦੇ ਵਿੱਚ ਗਿਆਨੀ ਸੁਖਵਿੰਦਰ ਸਿੰਘ ਜੀ ਚੰਗਿਆੜਾ ਅਤੇ ਹੋਰ ਢਾਡੀ ਜਥੇ ਵਾਰਾਂ ਗਾ ਕੇ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਉਸ ਦਿਨ ਦਾ ਪ੍ਰੋਗਰਾਮ ਉਹ ਲਿਖਿਆ ਗਿਆ ਉਸ ਵਿੱਚ ਉਹ ਸ਼ਾਮਲ ਹੋਣਗੇ। 3-4 ਤਰੀਕ ਫਿਰ ਸ਼ਾਮ ਨੂੰ ਇਸ ਸਥਾਨ 'ਤੇ ਬੱਚਿਆਂ ਦੇ ਫਿਰ ਮੁਕਾਬਲੇ ਹੋਣਗੇ। 2 ਦਿਨ ਅਸੀਂ ਬੱਚਿਆਂ ਦੇ ਮੁਕਾਬਲੇ ਹਰ ਸਾਲ ਕਰਾਉਂਦੇ ਹਾਂ, ਜਿਹਦੇ 'ਚ ਬੱਚੇ ਮਤਲਬ ਛੋਟੇ ਅਤੇ ਵੱਡੇ 2 ਤਰ੍ਹਾਂ ਦੇ ਮਤਲਬ ਹੁੰਦੇ ਹਨ ਬੱਚਿਆਂ ਦੇ ਪ੍ਰੋਗਰਾਮ। ਇੱਕ 12 ਸਾਲ ਤੋਂ ਘੱਟ, ਇੱਕ 12 ਸਾਲ ਤੋਂ ਉੱਪਰ। ਅਗਲੇ ਦਿਨ ਫਿਰ ਉਹਨਾਂ ਦੇ ਮੁਕਾਬਲੇ ਹੋਣਗੇ। ਉਹ ਆਪਣੇ ਸੁੰਦਰ ਦਸਤਾਰਾਂ, ਲੈਕਚਰ, ਜੋ ਗੁਰੂ ਸਾਹਿਬ ਦਾ ਕੀਰਤਨ ਜਾਂ ਹੋਰ ਜੋ ਵੀ ਉਹਨਾਂ ਨੇ ਤਿਆਰ ਕੀਤਾ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸੰਬੰਧਨ ਪ੍ਰੋਗਰਾਮ, ਉਹ ਸਾਰਾ ਉਹ ਸੁਣਾਉਣਗੇ। ਅਤੇ 5 ਦਸੰਬਰ ਨੂੰ ਇੱਥੇ ਫਿਰ ਕਵੀ ਦਰਬਾਰ ਹੋਏਗਾ, ਜਿਸ 'ਚ ਪ੍ਰਸਿੱਧ ਕਵੀ ਕਰਮਜੀਤ ਸਿੰਘ ਨੂਰ, ਸਛਪਾਲ ਸਿੰਘ ਜੀ ਪਾਲ ਅਤੇ ਦਲਵੀਰ ਸਿੰਘ ਜੀ ਰਿਆੜ ਅਤੇ ਪਰਮਜੀਤ ਸਿੰਘ ਜੀ ਬਲ ਜਿਹੜੇ ਨੇ ਉਹ ਸਾਰੇ ਤੁਹਾਡੇ ਆਪਣੇ ਕਵੀ ਸੱਜਣ ਆ ਕੇ ਗੁਰੂ ਜਸ ਗਾਣਗੇ। ਗੁਰੂ ਸਾਹਿਬ ਦੇ ਇਤਿਹਾਸ ਨੂੰ ਸਮਰਪਿਤ ਕਵਿਤਾਵਾਂ ਪੜ੍ਹ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਅੱਗੋਂ 6 ਦਸੰਬਰ ਫਿਰ ਅਗਲੇ ਦਿਨ ਸ਼ਾਮ ਦੇ 7 ਵਜੇ ਤੋਂ ਲੈ ਕੇ 10 ਵਜੇ ਤੱਕ ਅਖੰਡ ਕੀਰਤਨ ਸਮਾਗਮ ਹੋਏਗਾ। ਉਹਦੇ ਵਿੱਚ ਮਤਲਬ ਅਖੰਡ ਕੀਰਤਨ ਜਿੱਥੇ ਗੁਰਦਾਸਪੁਰ ਤੋਂ ਡਾਕਟਰ ਸ਼ਿਵ ਸਿੰਘ ਜੀ ਦਾ ਜਥਾ ਇਸ ਆ ਕੇ ਅਤੇ ਹੋਰ 1-2 ਜਥੇ ਹਨ ਜਿਹੜੇ ਆ ਕੇ ਸਾਰੇ ਸਮਾਗਮ ਦੇ ਵਿੱਚ ਹਿੱਸਾ ਲੈਣਗੇ। 7 ਦਸੰਬਰ ਨੂੰ ਫਿਰ ਅਗਲੇ ਦਿਨ ਸ਼ਾਮ ਨੂੰ ਕਥਾ ਸਮਾਗਮ ਹੋਏਗਾ, ਜਿਸ 'ਚ ਭਾਈ ਹਰਵਿੰਦਰ ਸਿੰਘ ਜੀ ਖਾਲਸਾ ਸੁਹਾਣੇ ਵਾਲੇ ਅਤੇ ਭਾਈ ਸੁਰਜੀਤ ਸਿੰਘ ਜੰਡਿਆਲੇ ਵਾਲੇ ਇਹ ਗੁਰੂ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਉਸ ਦਿਨ ਉਹ ਗੁਰਬਾਣੀ ਔਰ ਇਤਿਹਾਸ ਸੁਣਾ ਕੇ ਸੰਗਤਾਂ ਦੇ ਗੁਰੂ ਸਾਹਿਬ ਦੇ ਜੀਵਨ 'ਤੇ ਜੋ ਵੀ ਮਾਰਨਗੇ ਉਹ ਸਾਰੇ ਸੰਗਤਾਂ ਬੜੇ ਪਿਆਰ ਨਾਲ ਸਰਵਣ ਕਰਨਗੀਆਂ। 8 ਤਰੀਕ ਨੂੰ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਅੰਮ੍ਰਿਤ ਵੇਲੇ 4 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਪ੍ਰੋਗਰਾਮ ਲਿਖੇ ਗਏ ਹਨ, ਜਿਨ੍ਹਾਂ ਵਿੱਚ ਇੱਥੋਂ ਦੇ ਸਾਡੇ ਰਾਗੀ ਜਥੇ ਔਰ ਨਾਲ ਭਾਈ ਸਰਬਜੀਤ ਸਿੰਘ ਜੀ ਔਰ ਕਥਾਵਾਚਕ। ਉਸ ਤੋਂ ਬਾਅਦ ਬਾਹਰੋਂ ਜਥੇ ਆ ਰਹੇ ਹਨ, ਬੀਬੀ ਜਸਜੀਤ ਕੌਰ ਜੀ ਐਡਵੋਕੇਟ ਹਨ, ਉਹ ਲੈਕਚਰ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਔਰ ਭਾਈ ਗਗਨਦੀਪ ਸਿੰਘ ਜੀ ਲਹਿਰਪੁਰੀ ਗੁਰੂ ਤੇਗ ਬਹਾਦਰ ਨਗਰ ਵਾਲੇ, ਉਹ ਪਹਿਲਾਂ ਦਰਬਾਰ ਸਾਹਿਬ ਵੀ ਕੀਰਤਨ ਕਰਦੇ ਨੇ, ਉਹ ਬਹੁਤ ਅੱਛਾ ਕੀਰਤਨ, ਉਹ ਵੀ ਇੱਥੇ ਉਸ ਦਿਨ ਕੀਰਤਨ ਕਰਨਗੇ। ਭਾਈ ਸੁਖਦੇਵ ਸਿੰਘ ਜੀ ਸਾਬਕਾ ਹਜ਼ੂਰੀ ਰਾਗੀ ਦਰਬਾਰ ਸਾਹਿਬ, ਉਹ ਵੀ ਕੀਰਤਨ ਕਰਨਗੇ। ਅਤੇ ਉਸ ਤੋਂ ਬਾਅਦ ਭਾਈ ਸੁਖਵੰਤਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਭਾਈ ਜਬਰਤੋੜ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਦਰਬਾਰ ਸਾਹਿਬ, ਉਹ ਵੀ ਸੰਗਤਾਂ ਨੂੰ ਨਿਹਾਲ ਕਰਨਗੇ। ਸੋ ਇਸੇ ਤਰ੍ਹਾਂ ਹੀ ਰਾਤ ਨੂੰ ਇਹ ਸਾਰੇ ਰਾਗੀ ਜਥੇ ਔਰ ਕਥਾਵਾਚਕ ਗੁਰੂ ਜਸ ਗਾਣਗੇ, ਗੁਰੂ ਸਾਹਿਬ ਦਾ ਇਤਿਹਾਸ ਸੁਣਾਉਣਗੇ। ਇਹ 8 ਦਿਨ ਦਾ ਸਮਾਗਮ ਜੋ ਹੈ ਨਿਰੰਤਰ ਚੱਲੇਗਾ। ਇਸ ਵਿੱਚ ਹਰ ਰੋਜ਼ ਸੰਗਤਾਂ ਵਾਸਤੇ ਗੁਰੂ ਕਾ ਲੰਗਰ ਤਿਆਰ ਕੀਤਾ ਜਾਏਗਾ। 5 ਤਰੀਕ ਨੂੰ
ਇਸ ਸਥਾਨ ਤੋਂ ਨਗਰ ਕੀਰਤਨ ਜੋ ਹਰ ਸਾਲ ਦੀ ਤਰ੍ਹਾਂ ਸਜਾਇਆ ਜਾਏਗਾ। 5 ਤਰੀਕ ਸਵੇਰੇ 8:30 ਵਜੇ ਇਸ ਸਥਾਨ ਤੋਂ ਨਗਰ ਕੀਰਤਨ ਆਰੰਭ ਹੋਏਗਾ, ਜਿਹੜਾ ਇੱਥੋਂ ਚੱਲ ਕੇ ਸਿੱਧਾ ਡੈਰੀਆਂ ਦੇ ਕੋਲੋਂ ਲੰਘ ਕੇ ਅੱਗੇ ਜਾ ਕੇ ਮਾਲਟਾਊਨ ਮਾਰਕੀਟ ਦੇ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਮਾਲਟਾਊਨ ਤੋਂ ਅਗਲੇ ਪਾਸੇ ਜਿਹੜੀ ਸੜਕ ਹੈ ਉਸ ਤੋਂ ਵਾਪਸ ਮੁੜੇਗਾ। ਮੈਨਪੁਰਾ ਚੌਂਕ ਦੇ ਵਿੱਚ ਮੈਨਪੁਰਾ ਚੌਂਕ ਤੋਂ ਭਾਈ ਜੈਤਾ ਜੀ ਮਾਰਕੀਟ ਬਹੁਤ ਵੱਡੀ ਸਟੇਜ ਲੱਗਦੀ ਹੈ। ਉਸ ਸਥਾਨ 'ਤੇ ਕੁਝ ਸਮਾਂ ਰੁਕ ਕੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਸਾਡੀ ਇਹ ਸਾਰੇ ਨਗਰ ਕੀਰਤਨ ਅਗਵਾਈ ਕਰਦੇ ਹੋਏ ਵਾਪਸ ਇਸ ਸਥਾਨ 'ਤੇ ਆਉਣਗੇ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਇਹ ਹਰ ਸਾਲ ਜੋ ਨਗਰ ਕੀਰਤਨ ਸਜਾਇਆ ਜਾਂਦਾ ਹੈ। ਮੈਂ ਸ਼ਹਿਰ ਦੀਆਂ ਸਾਰੀਆਂ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ, ਇਸਤਰੀ ਸੈਕਸ਼ਨ ਸਭਾਵਾਂ ਅਤੇ ਹੋਰ ਜਿੰਨੇ ਵੀ ਗੁਰੂ ਪਿਆਰੇ ਹਨ, ਗੁਰੂ ਨਾਨਕ ਦੇ ਨੂੰ ਮੰਨਣ ਵਾਲੇ, ਉਹਨਾਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੈ ਇਸ ਦੇਸ਼ ਨੂੰ ਬਚਾਉਣ ਵਾਸਤੇ, ਇਸ ਦੇਸ਼ ਦਾ ਧਰਮ ਬਚਾਉਣ ਵਾਸਤੇ। ਅੱਜ ਜੋ ਸਾਨੂੰ ਇਸ ਦੇਸ਼ ਦੀ ਬਣਤਰ ਨਜ਼ਰ ਆ ਰਹੀ ਹੈ, ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕਰਕੇ ਹੈ। ਜੇ ਗੁਰੂ ਤੇਗ ਬਹਾਦਰ ਸਾਹਿਬ ਚਾਂਦਨੀ ਚੌਂਕ 'ਚ ਆਪਣਾ ਸੀਸ ਨਾ ਦਿੰਦੇ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ 800 ਸਾਲ ਦੀ ਇਸ ਗੁਲਾਮੀ ਦੀਆਂ ਜੜ੍ਹਾਂ ਨਾ ਪੱਟਦੇ ਤਾਂ ਫਿਰ ਸ਼ਾਇਦ ਅੱਜ ਇਹ ਦੇਸ਼ ਜਿਹੜਾ ਆਪਣੇ ਆਪ ਨੂੰ ਹਿੰਦੂ ਰਾਸ਼ਟਰ ਬਣਾਉਣ ਵੱਲ ਵੱਧ ਰਿਹਾ ਹੈ, ਇਹ ਕਦੀ ਵੀ ਨਾ ਹੁੰਦਾ। ਇੱਥੇ ਵੀ ਪਾਕਿਸਤਾਨ, ਬੰਗਲਾਦੇਸ਼ ਅਤੇ ਹੋਰ ਜਿਹੜੇ ਇਸਲਾਮੀ ਦੇਸ਼ ਹਨ, ਇੱਥੇ ਵੀ ਘਰ ਘਰ ਦੇ ਵਿੱਚ ਹਰ ਪਾਸਿਓਂ ਉਹਨਾਂ ਦੀਆਂ ਆਵਾਜ਼ਾਂ ਆਉਂਦੀਆਂ ਜਿਹੜੀਆਂ ਮੁੱਲਾਂ ਵਾਂਗਾਂ ਦਿੰਦੇ ਹਨ ਜਕਾਰੇ 'ਚ। ਉਹ ਅੱਜ ਜੋ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਬੋਲੇ ਸੋ ਨਿਹਾਲ ਦੇ ਜਕਾਰੇ ਅਤੇ ਹਿੰਦੂ ਰਾਮ ਰਾਮ ਕਹਿੰਦੇ ਹਨ, ਇਹ ਕਦੀ ਨਾ ਹੁੰਦਾ। ਇਸ ਸ਼ਹਾਦਤ ਨੂੰ ਸਾਰੇ ਸੰਸਾਰ ਨੂੰ ਮਨਾਉਣਾ ਚਾਹੀਦਾ ਹੈ, ਕਿਉਂਕਿ ਧਰਮ ਵਾਸਤੇ ਗੁਰੂ ਸਾਹਿਬ ਨੇ ਧਰਮ ਹਿਤ ਸਾਕਾ ਕੀਤਾ। ਇਹ ਸਾਕਾ ਜਿਹੜਾ ਧਰਮ ਹਿਤ ਕੀਤਾ ਗਿਆ ਅਤੇ ਐਸੀ ਕਰਨੀ ਕਿਸੇ ਨੇ ਅੱਜ ਤੱਕ ਕੀਤੀ ਵੀ ਨਹੀਂ ਹੈ। ਆਪਣੇ ਧਰਮ ਨੂੰ ਬਚਾਉਣ ਵਾਸਤੇ ਸ਼ਾਇਦ ਕਿਸੇ ਨੇ ਕੁਰਬਾਨੀ ਦਿੱਤੀ ਹੋਵੇ, ਪਰ ਦੂਸਰੇ ਦਾ ਧਰਮ ਬਚਾਉਣ ਵਾਸਤੇ, ਜਿਸ ਧਰਮ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ, ਨਾ ਅਸੀਂ ਜਨੇਊ ਪਹਿਨਦੇ ਸੀ, ਨਾ ਅਸੀਂ ਤਿਲਕ ਲਾਉਂਦੇ ਸੀ, ਨਾ ਅਸੀਂ ਟੱਲ ਖਣਕਾਉਂਦੇ ਸੀ ਮੰਦਰਾਂ 'ਚ, ਉਹਨਾਂ ਦਾ ਧਰਮ ਜਾ ਰਿਹਾ ਸੀ। ਜਿਹੜੇ ਅੱਜ ਇਹ ਕਹਿ ਰਹੇ ਨੇ, ਜੋ ਔਰੰਗਜ਼ੇਬ ਕਹਿ ਰਿਹਾ ਸੀ ਮੈਂ 2 ਤੋਂ 1 ਕਰ ਦੇਣਾ ਹੈ, ਅਤੇ ਇਹ ਕਹਿੰਦੇ ਨੇ ਅਸੀਂ ਵੀ 3 ਤੋਂ 1 ਕਰ ਦੇਣਾ ਹੈ। ਇਸ ਤਰ੍ਹਾਂ ਨਹੀਂ ਹੋ ਸਕਦਾ। ਜੇ ਔਰੰਗਜ਼ੇਬ ਕਾਮਯਾਬ ਨਹੀਂ ਹੋਇਆ, ਇਹ ਵੀ ਕਾਮਯਾਬ ਨਹੀਂ ਹੋਣਗੇ। ਇਸ ਤਰ੍ਹਾਂ ਦੀਆਂ ਜਿਹੜੀਆਂ ਮਤਲਬ ਕਿ ਕਿਆਸ ਰਾਹੀਆਂ ਨੇ, ਇਹ ਬਹੁਤੀ ਦੇਰ ਨਹੀਂ ਚੱਲਣਗੀਆਂ। ਗੁਰੂ ਸਾਹਿਬ ਨੇ ਸ਼ਹਾਦਤ ਦੇ ਕੇ ਜੋ ਇਸ ਦੇਸ਼ ਨੂੰ 2 ਤੋਂ 3 ਬਣਾਇਆ, ਇਹ 2 ਤੋਂ 3 ਕੌਮਾਂ ਹੀ ਰਹਿਣਗੀਆਂ, ਕਦੀ ਇੱਕ ਕੌਮ ਨਹੀਂ ਬਣ ਸਕਦੀ, ਕਿਉਂਕਿ ਸਾਡਾ ਧਰਮ ਜਿਹੜਾ ਹੈ ਉਹ ਕਿਸੇ ਦੇ ਉੱਤੇ ਗਲਬਾ ਨਹੀਂ ਪਾਉਂਦਾ। ਆਪਣੇ ਧਰਮ ਦੇ ਵਿੱਚ ਅਸੀਂ ਪਰਪੱਕ ਹਾਂ, ਪਰ ਕਿਸੇ ਦੇ ਧਰਮ ਦੇ ਅਸੀਂ ਖਿਲਾਫ ਨਹੀਂ ਬੋਲਦੇ, ਹਰ ਧਰਮ ਦਾ ਸਤਿਕਾਰ ਕਰਦੇ ਹਾਂ। ਲੇਕਿਨ ਸਾਡੇ ਧਰਮ 'ਤੇ ਕਿਸੇ ਤਰ੍ਹਾਂ ਦਾ ਵੀ ਹਮਲਾ ਹੋਵੇ, ਸਿੱਖ ਬਰਦਾਸ਼ਤ ਨਹੀਂ ਕਰਨਗੇ। ਸੋ ਜਿੱਥੇ ਅਸੀਂ ਇਹ ਪ੍ਰੋਗਰਾਮ ਚੜ੍ਹਦੀ ਕਲਾ 'ਚ ਮਨਾਉਣੇ ਹਨ, ਉੱਥੇ ਆਪਣੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਸਾਨੂੰ ਹਰ ਵੇਲੇ ਤਤਪਰ ਰਹਿਣਾ ਚਾਹੀਦਾ ਹੈ। ਹਰ ਵਕਤ ਅਸੀਂ ਤਿਆਰੀਏ ਕਿ ਸਾਡੇ ਧਰਮ ਖਿਲਾਫ, ਸਾਡੀ ਬਾਣੀ ਅਤੇ ਸਾਡੇ ਬਾਣੇ ਦੇ ਖਿਲਾਫ ਕੋਈ ਬੋਲੇ, ਅਸੀਂ ਉਹਦਾ ਹਰ ਵੇਲੇ ਤਤਕਾਲ ਜਵਾਬ ਦਈਏ, ਤਾਂ ਕਿ ਅੱਗੇ ਨਾ ਕੋਈ ਵਧੇ। ਇਸ ਕਰਕੇ ਮੇਰੀ ਬੇਨਤੀ ਹੈ ਸਾਰੀਆਂ ਸ਼ਹਿਰ ਦੀਆਂ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਅਤੇ ਗੁਰੂ ਪਿਆਰੇ ਸਾਰੇ ਸਿੱਖਾਂ ਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਹੋਵੋ ਜੇ ਆਪਣੇ ਧਰਮ ਦੀ ਰਾਖੀ ਕਰਨੀ ਹੈ। ਜੇ ਅਸੀਂ ਅਲੱਗ-ਅਲੱਗ ਧੜਿਆਂ ਵਿੱਚ ਰਹੇ ਤਾਂ ਆਪਣਾ ਜਿਹੜਾ ਹੈ ਧਰਮ ਉਹ ਖਤਰੇ 'ਚ ਪੈਦਾ ਹੋ ਜਾਏਗਾ। ਸੋ ਖਤਰਾ ਪੈਦਾ ਹੋਣ ਤੋਂ ਪਹਿਲਾਂ ਅਸੀਂ ਸਾਰੇ ਇੱਕ ਹੋ ਜਾਈਏ, ਇੱਕ ਨਾਲ ਹੀ ਸਾਰੀ ਬਰਕਤ ਹੈ। ਇੱਕ ਦੇ ਲੜ ਲੱਗੀਏ, ਇੱਕ ਹੋ ਜਾਈਏ ਅਤੇ ਆਪਣੇ ਧਰਮ ਦੀ ਚੜ੍ਹਦੀ ਕਲਾ ਵਾਸਤੇ ਹਮੇਸ਼ਾ ਤਤਪਰ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਦੁਆਰਾ ਗੁਰੂ ਤੇਗ ਬਹਾਦਰ ਦੀ 9ਵੀਂ ਪਾਤਸ਼ਾਹੀ ਦੀ ਜਿਹੜੀ ਪ੍ਰਬੰਧਕ ਕਮੇਟੀ ਆ, ਬਹੁਤ ਸੋਹਣਾ ਗੁਰੂ ਘਰ ਜਿੱਥੇ ਇਹਨਾਂ ਨੇ ਬਣਾਇਆ ਆ, ਸੰਗਤਾਂ ਵੱਧ ਚੜ੍ਹ ਕੇ ਹਾਜ਼ਰੀ ਭਰਦੀਆਂ ਨੇ। ਉੱਥੇ ਨਾਲ ਹੀ ਨਾਲ ਆਮ ਜਨਤਾ ਦੀ ਸੇਵਾ ਦੇ ਲਈ, ਲੋਕਾਂ ਦੀ ਸੇਵਾ ਦੇ ਲਈ ਇਹਨਾਂ ਨੇ ਜੋ ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪੀਟਲ ਵੀ ਖੋਲ੍ਹਿਆ ਹੋਇਆ ਆ। ਆਓ ਗੱਲਬਾਤ ਕਰਦੇ ਹਾਂ ਕਿ ਹਸਪੀਟਲ ਦੇ ਵਿੱਚ ਕੀ ਕੀ ਇਲਾਜ ਨੇ ਅਤੇ ਉਹਨਾਂ ਦੀ ਜਿਹੜੀ ਕੋਸਟ ਆ ਉਹ ਕੀ ਰੱਖੀ ਗਈ ਆ। ਆਓ ਗੱਲਬਾਤ ਕਰਦੇ ਹਾਂ ਹਸਪੀਟਲ ਦੇ ਪ੍ਰਬੰਧਕਾਂ ਦੇ ਨਾਲ। ਆਓ ਜੀ ਆਪਾਂ ਗੱਲਬਾਤ ਕਰਦੇ ਹਾਂ ਇੱਥੋਂ ਦੇ ਸੀਨੀਅਰ ਵਾਈਸ ਪ੍ਰਧਾਨ ਸਰਦਾਰ ਕਵਲਜੀਤ ਸਿੰਘ ਜੀ ਉਬਰਾਏ ਜੀ ਦੇ ਨਾਲ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਆਪ ਜੀ ਨੂੰ ਮੁਬਾਰਕਬਾਦ ਦੇਣਾ ਚਾਹੁੰਦੇ ਹਾਂ ਜੀ। ਆਪ ਜੀ ਨੇ ਬਹੁਤ ਸੋਹਣਾ ਜਿਹੜਾ ਗੁਰੂ ਦੀ ਕਿਰਪਾ ਦੇ ਸਦਕਾ ਗੁਰੂ ਘਰ ਬਣਾਇਆ ਆ, ਅਤੇ ਉਸ ਤੋਂ ਬਾਅਦ ਆਪ ਜੀ ਜੋ ਹਸਪੀਟਲ ਚਲਾ ਰਹੇ ਹੋ, ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਇਸ ਹਸਪੀਟਲ ਦੇ ਵਿੱਚ ਕੀ ਕੀ ਸੰਗਤਾਂ ਦੇ ਲਈ ਤੁਸੀਂ ਜਿਹੜੀਆਂ ਸੇਵਾਵਾਂ ਨੇ ਉਹ ਜਾਰੀ ਕਰ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪੀਟਲ ਜੋ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲਦਾ ਹੈ, ਸਾਰੀ ਹੀ ਮੈਨੇਜਮੈਂਟ
ਔਰ ਇੱਥੋਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚੱਲਦਾ ਹੈ। ਇੱਥੇ ਦੇ ਸਾਰੇ ਡਿਪਾਰਟਮੈਂਟ ਤਕਰੀਬਨ 300 ਤੋਂ ਲੈ ਕੇ 400 ਤੱਕ ਪੇਸ਼ੈਂਟ ਡੇਲੀ OPD ਜਿਹੜੀ 20 ਰੁਪਏ ਦੀ ਪਰਚੀ ਆ। ਜਿਹੜੇ ਡਾਕਟਰ ਦੂਸਰੇ ਹਸਪਤਾਲਾਂ 500 ਲੈ ਕੇ ਪਰਚੀ ਲੈ ਕੇ ਦੇਖਦੇ ਹਨ, ਇੱਥੇ ਉਹੀ ਡਾਕਟਰ 20 ਰੁਪਏ ਦੀ ਪਰਚੀ ਤੇ ਪੇਸ਼ੈਂਟ ਨੂੰ ਦੇਖਦੇ ਹਨ। ਔਰ ਇਹਦੀ OPD ਦਾ ਟਾਈਮ 9 ਤੋਂ 1 ਵਜੇ ਤੱਕ, ਸ਼ਾਮ 5 ਤੋਂ 7 ਵਜੇ ਤੱਕ, ਔਰ ਇੰਡੋਰ ਹੈ। ਇੱਥੇ ਸਭ ਤੋਂ ਪਹਿਲੇ ਅਸੀਂ ਮੈਡੀਸਿਨ ਡਾਕਟਰ ਜਿਹੜੇ ਕਿ MD ਡਾਕਟਰ ਜਿਹੜੇ ਸ਼ੂਗਰ ਹਾਰਟ ਦਾ ਰੋਗ ਦੇਖਦੇ ਹਨ। ਦੂਸਰੇ ਸਾਡਾ ਯੂਨਿਟ ਹੈਗਾ ENT ਦਾ ਫੁੱਲ ਯੂਨਿਟ ਹੈ ਸਾਡੇ ਕੋਲ। ਉਸ ਤੋਂ ਬਾਅਦ ਸਾਡੇ ਕੋਲ ਡਾਇਲਸਿਸ ਯੂਨਿਟ ਹੈ। ਜਿਹੜੇ ਪੇਸ਼ੈਂਟ ਨੂੰ ਕਿਡਨੀ ਦੀ ਪ੍ਰੋਬਲਮ ਆਉਂਦੀ ਉਹਨੂੰ ਥੋੜ੍ਹੀ ਦੇਰ ਬਾਅਦ ਡਾਇਲਸਿਸ ਕਰਾਉਣੇ ਪੈਂਦੇ ਹਨ। ਔਰ ਡਾਇਲਸਿਸ ਬਾਹਰ ਇੰਨਾ ਮਹਿੰਗਾ ਹੈ ਕਿ ਆਮ ਬੰਦਾ ਪੇ ਨਹੀਂ ਕਰ ਸਕਦਾ। ਉਹੀ ਬੰਦਾ ਹੁੰਦਾ ਜਿਹੜਾ ਪੇਟ ਕਮਾਈ ਕਰਦਾ ਹੈ, ਉਹਦੇ ਡਾਇਲਸਿਸ ਹੋਣ ਲੱਗ ਪੈਂਦੇ ਹਨ। ਸੋ ਪ੍ਰਬੰਧਕ ਨੇ ਵਿਸ਼ੇਸ਼ ਉਪਰਾਲਾ ਕੀਤਾ ਹੈ ਵੀ ਜੇ ਕੋਈ ਡਾਇਲਸਿਸ ਕਰਾਉਣਾ ਚਾਹੁੰਦਾ ਹੈ ਤਾਂ ਇਸੇ ਮਿਨੀਮਮ ਚਾਰਜਿਸ ਕਰਕੇ 700 ਰੁਪਏ 600 ਰੁਪਏ ਚਾਰਜ ਕਰਦੇ ਆ। ਉਹਦੇ ਵਿੱਚ 50% ਬੰਦੇ ਫ੍ਰੀ ਹਨ। ਜਿਹੜੇ ਬਿਲਕੁਲ ਪੇ ਨਹੀਂ ਕਰਦੇ ਉਹਨਾਂ ਨੂੰ ਫ੍ਰੀ ਲਾਉਂਦੇ ਆ। 3 ਮਸ਼ੀਨਾਂ ਸਗੋਂ ਆਲਰੇਡੀ ਪਹਿਲੇ ਚੱਲਦੀਆਂ, 2 ਮਸ਼ੀਨਾਂ ਅਸੀਂ ਹੁਣ ਕਿਸੇ ਨੇ ਡੋਨੇਟ ਕੀਤੀਆਂ, ਉਹ ਐਡ ਕਰਕੇ ਤਾਂ ਵੱਡਾ ਯੂਨਿਟ ਬਣਾ ਰਹੇ ਹਾਂ। ਸਾਡੇ ਕੋਲ ਫਿਜ਼ੀਓਥੈਰੇਪੀ ਯੂਨਿਟ ਆ, ਸਾਡੇ ਕੋਲ ਡੈਂਟਲ ਯੂਨਿਟ ਹੈਗਾ, ਗਾਇਨੀ ਯੂਨਿਟ ਹੈਗਾ। ਇਹ ਸਾਰੀਆਂ ਸੇਵਾਵਾਂ ਜਿਹੜੀਆਂ ਗਰੀਬਾਂ ਵਾਸਤੇ ਬਹੁਤ ਹੀ ਘੱਟ ਰੇਟ ਦੇ ਨੋਮੀਨਲ ਚਾਰਜਸ ਜਿੰਨੇ ਕਿ ਸਾਡੀ ਕੋਸਟ ਬਣਦੀ ਉਹ ਤੋਂ ਵੀ ਕਈ ਵਾਰੀ ਘੱਟ ਲੈ ਲਈਦਾ। ਉਹ ਨਾਲ ਹੋਮਿਓਪੈਥੀ ਸਾਡੇ ਕੋਲ ਯੂਨਿਟ ਚੱਲ ਰਿਹਾ ਹੈ। ਇਹ ਸਾਰੀਆਂ ਸੇਵਾਵਾਂ ਜਿਹੜੀਆਂ ਹੈ ਗੁਰੂ ਤੇਗ ਬਹਾਦਰ ਚੈਰਿਟੇਬਲ ਅੰਦਰ ਚੱਲ ਰਹੀਆਂ। ਔਰ ਇੰਡੋਰ ਵਿੱਚ ਵੀ ਜਿਹੜਾ ਕਿ ਸਾਡੇ ਬਹੁਤ ਮਿਨੀਮਮ ਰੇਟ ਹਨ। ਜੇ ਕੋਈ ਡਿਲੀਵਰੀ ਨੋਰਮਲ ਕੇਸ ਆ ਤਾਂ 2-3 ਹਜ਼ਾਰ ਚ ਹੋ ਜਾਂਦਾ। ਔਰ ਆਈ ਦੇ ਜਿਹੜੇ ਸਪੈਸ਼ਲੀ ਕੈਂਪ ਲਗਾਉਂਦੇ ਆ, ਆਈ ਦੇ ਕੈਂਪ 'ਚ ਕਾਫੀ ਅਸੀਂ ਜਿਹੜੇ ਆਪਰੇਸ਼ਨ ਉਹ ਫ੍ਰੀ ਕਰਦੇ ਹਾਂ। ਅਗਰ ਕੋਈ ਪੇਡ ਕਰਨਾ ਚਾਹੁੰਦਾ, ਜਿਹੜਾ ਆਪਰੇਸ਼ਨ 12-20-25 ਹਜ਼ਾਰ 'ਚੋਂ ਆਈ ਦਾ, ਉਹ ਵਧੀਆ ਲੈਂਸ ਪਾ ਕੇ ਉਹ ਸਾਡੇ ਕੋਲ 5-7 ਜਾਂ 10 ਹਜ਼ਾਰ 'ਚ ਪੇਡ ਹੋ ਜਾਂਦਾ। ਇੱਥੇ ਪ੍ਰੋਫਿਟ ਮੋਟਿਵ ਨਹੀਂ ਹੈ, ਇੱਥੇ ਸੇਵਾ ਦਾ ਮੋਟਿਵ ਹੈ, ਤਾਂ ਕਿ ਹਰ ਬੰਦਾ ਲੁੱਟ-ਖਸੁੱਟ ਤੋਂ ਬਚ ਸਕੇ। ਸਾਡੇ ਕੋਲ ਲੈਬ ਹੈ, ਲੈਬ 'ਚ ਮਿਨੀਮਮ ਰੇਟ ਰੱਖੇ ਹਨ। ਤੇ ਇਸ ਟਾਈਮ ਜੋ ਡਾਕਟਰ ਦਾ ਹਾਲ ਹੈ, ਇੱਕ ਬੰਦਾ ਜਾਂਦਾ ਪਹਿਲੇ 20-25 ਹਜ਼ਾਰ ਰੁਪਏ ਨੂੰ ਜਮ੍ਹਾਂ ਕਰਾਉਣਾ ਪੈਂਦਾ, ਉਸ ਤੋਂ ਬਾਅਦ ਇਲਾਜ ਸ਼ੁਰੂ ਹੁੰਦਾ। ਉਹ 'ਚ ਕੋਈ ਸਕੈਨ ਹੋ ਗਿਆ, ਬਿਨਾਂ ਲੋੜ ਤੋਂ ਸਕੈਨ ਕਰਾ ਲਈ ਜਾਂਦੀ ਹੈ, ਬਿਨਾਂ ਲੋੜ ਤੋਂ ਦਵਾਈਆਂ ਲਿਖ ਦਿੱਤੀਆਂ ਜਾਂਦੀਆਂ ਹਨ। ਇੱਥੇ ਲੋੜ ਅਨੁਸਾਰ ਹੀ ਲਿਖੀ ਜਾਂਦੀ ਸਕੈਨ ਵੀ ਜੋ ਸਾਡੇ ਆਪਣੇ ਅੰਦਰ ਚੱਲਦੀ ਹੈ, ਉਹਦਾ ਵੀ ਬਹੁਤ ਨੋਮੀਨਲ ਚਾਰਜ ਜਿਹੜਾ ਸਕੈਨ ਪਰ 600 ਦੀ 700 ਦੀ ਹੈ, ਉੱਥੇ 300-350 400 'ਚ ਹੋ ਜਾਂਦੀ ਹੈ। ਸੋ ਸਾਡਾ ਮੇਨ ਮਕਸਦ ਇਹੀ ਹੈ ਕਿ ਘੱਟ ਤੋਂ ਘੱਟ ਕੀਮਤ ਕਰਕੇ ਬੰਦਾ ਜਿਹੜਾ ਆਮ ਬੰਦਾ ਇਲਾਜ ਕਰਾ ਸਕੇ। ਗਰੀਬ ਬੰਦਾ ਇਲਾਜ ਹੀ ਨਹੀਂ ਕਰਾ ਸਕਦਾ, ਨਾ ਕੋਈ 15-20 ਹਜ਼ਾਰ ਹੋਵੇ, ਨਾ ਜਾ ਕੇ ਦੂਸਰੇ ਹਸਪਤਾਲ ਇਲਾਜ ਕਰਾ ਸਕੇ। ਇੱਥੇ ਜੇ ਕਿਸੇ ਕੋਲ ਕਿਸੇ ਦਾ ਇੱਦਾਂ ਦੇ ਚਾਂਸ ਹੁੰਦਾ ਵੀ ਪੈਸਾ ਨਹੀਂ ਹੁੰਦਾ, ਤਾਂ ਵੀ ਉਹੀ ਫ੍ਰੀ ਕਰਦੇ ਹਾਂ। 5 ਤੋਂ 7 ਅਸੀਂ ਟਾਈਮ ਰੱਖਿਆ। ਜਿੱਥੇ ਬੰਦੇ ਨੇ ਕੋਈ ਪੈਸਾ ਨਹੀਂ ਹੈ, ਉਹ ਫ੍ਰੀ OPD ਦੀ ਪਰਚੀ ਦਾ ਪੈਸਾ ਨਹੀਂ ਲੈਣਾ, ਉਹਨੂੰ ਫ੍ਰੀ ਗੁਰਦੁਆਰਾ ਸਾਹਿਬ ਵੱਲੋਂ ਮੈਡੀਸਨ ਦਿੱਤੀ ਜਾਂਦੀ। 5 ਤੋਂ 7 ਸਪੈਸ਼ਲ ਟਾਈਮ ਰੱਖਿਆ। ਕੋਈ ਬੰਦਾ ਪੈਸਾ ਨਾ ਪੇ ਕਰੇ ਤਾਂ ਗਰੀਬ ਆ, ਉਹ ਆਵੇ, ਟੈਸਟ ਆਪਣਾ ਚੈੱਕ ਕਰਾਵੇ, ਚੈੱਕ ਕਰਾ ਕੇ ਮੈਡੀਸਨ ਲੈ ਜਾਏ। ਚਾਹੇ 10,000 ਚਾਹੇ 1,000 ਦੀ ਜਾਂ 2,000 ਦੀ ਮੈਡੀਸਨ ਜਾਂ 500 ਦੀ, ਉਹ ਫ੍ਰੀ ਦਿੱਤੀ ਜਾਂਦੀ ਹੈ। ਟਾਈਮਿੰਗ ਵੀਰ ਜੀ ਰੋਜ਼ ਦੀ ਇਹੀ ਆ 5 ਤੋਂ 7 ਹੀ ਆਪਣੀ? ਐਮਰਜੈਂਸੀ 24 ਆਵਰ ਆ ਜੀ। ਹਾਂਜੀ। ਬਾਕੀ ਜਿਹੜਾ ਡਾਕਟਰ ਦਾ ਟਾਈਮ ਬੈਠਣ ਦਾ ਉਹ 5 ਤੋਂ 7 9 ਤੋਂ 1 ਆ। ਤਾਂ ਐਤਵਾਰ ਵਾਲੇ ਦਿਨ ਵੀ ਆਪਣਾ ਹਸਪੀਟਲ ਓਪਨ ਹੁੰਦਾ ਜੀ? ਜਿਹੜੀ ਐਮਰਜੈਂਸੀ ਉਹ ਐਵਰੀ ਡੇ ਐਵਰੀ ਟਾਈਮ ਆ, ਚਾਹੇ ਉਹ ਸੰਡੇ ਹੋਵੇ, ਚਾਹੇ ਦੀਵਾਲੀ ਹੋਵੇ, ਚਾਹੇ ਦੁਸਹਿਰਾ ਹੋਵੇ, ਜਾਂ ਕੋਈ ਛੁੱਟੀ ਵਾਲੇ ਦਿਨ ਹੋਵੇ, ਜਾਂ ਰਾਤ ਨੂੰ ਹੋਵੇ, ਉਹ 24 ਆਵਰ ਸਰਵਿਸ ਹੈਗੀ ਆ। ਦੇਖੋ ਜੀ, ਜਿੱਥੇ ਅੱਜ ਕੱਲ੍ਹ ਇਲਾਜ ਇੰਨੇ ਮਹਿੰਗੇ ਹੋ ਚੁੱਕੇ ਨੇ, ਕੋਈ ਗਰੀਬ ਬੰਦਾ ਹਸਪੀਟਲ ਦੇ ਨਾਮ ਤੋਂ ਵੀ ਡਰਦਾ ਹੈ। ਅੱਜ ਪ੍ਰਬੰਧਕ ਕਮੇਟੀ ਦੇ ਵੱਲੋਂ ਬਹੁਤ ਵਧੀਆ ਜਿਹੜਾ ਉਪਰਾਲਾ ਆ ਉਹ ਕੀਤਾ ਗਿਆ ਆ। ਬਹੁਤ ਵਧੀਆ ਰੇਟਾਂ ਦੇ ਵਿੱਚ, ਬਹੁਤ ਘੱਟ ਰੇਟਾਂ ਦੇ ਵਿੱਚ ਜੋ ਸੰਗਤਾਂ ਦੀ ਸਹੂਲਤ ਦੇ ਲਈ ਸੰਗਤਾਂ ਨੂੰ ਸੇਵਾ ਦੇ ਰਹੇ ਨੇ। ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।